ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸਤਸੰਗ ਦੇ ਪ੍ਰਵਚਨ ਸੁਣਨ ਦੇ ਲਾਭ ਕੀ ਮਿਲਦੇ ਆ, ਇਸ ਦੀ ਇੱਕ ਤਿਲ ਮਾਤਰ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਜਿਵੇਂ ਹੈ ਨਾ ਗੁਰਬਾਣੀ ਦਾ ਫਰਮਾਨ ਹੈ, ਕਬੀਰ ਏਕ ਘੜੀ ਆਦਿ ਘਰੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਸਤਸੰਗ ਦਾ ਫਲ ਐਡਾ ਵੱਡਾ ਹੈ ਕਿ ਮਹਾਂਪੁਰਖਾਂ ਦੇ ਬਚਨ ਵਾ ਕਿ ਅਗਰ ਲੱਖਾਂ ਕੰਮ ਵੀ ਹੋਣ ਤੇ ਕਿਤੇ ਸਤਸੰਗ ਦੇ ਬਚਨ ਸਰਵਣ ਕਰਨ ਨੂੰ ਮਿਲਦੇ ਹੋਣ ਤੇ ਫਿਰ ਕਹਿੰਦੇ ਕੰਮ ਛੱਡ ਕੇ ਸਤਸੰਗਤ ਕਰ ਲੈਣੀ ਚਾਹੀਦੀ ਆ। ਇਹਦਾ ਭਾਵ ਇਹੀ ਹੈ ਕਿ ਇਹਦੇ ਪਿੱਛੇ ਹੈ ਨਾ ਇੰਨੇ ਅਣਗਿਣਤ ਲਾਭ ਹੈਗੇ ਆ ਕਿ ਅਗਰ ਕੋਈ ਲਿਖਣਾ ਚਾਹੇ ਤੇ ਕਹਿੰਦੇ ਉਹ ਲਿਖ ਨਹੀਂ ਸਕਦਾ। ਇੰਨੇ ਲਾਭ ਆ ਸਤਸੰਗ ਦੇ। ਦੇਖੋ, ਮਹਾਂਪੁਰਖਾਂ ਨੇ ਦੱਸਿਆ ਕਿ ਅਗਰ ਆਪਾਂ ਮੋਟੇ ਤੌਰ 'ਤੇ ਲਈਏ ਤਾਂ ਪਹਿਲਾ ਲਾਭ ਆਪਾਂ ਇਹ ਦੇਖਦੇ ਹਾਂ ਕਿ ਤ੍ਰਿਸ਼ਨਾ ਦੀ ਪੂਰਤੀ ਜਿਹੜੀ ਹੈ ਨਾ, ਇਨਸਾਨ ਦੀ ਸਤਸੰਗ ਦੇ ਪ੍ਰਵਚਨ ਸੁਣਨਾ ਸਹਿਜ ਦੇ ਵਿੱਚ ਹੋ ਜਾਂਦੀ ਆ। ਕਿਵੇਂ? ਦੇਖੋ, ਹਰੇਕ ਇਨਸਾਨੀ ਜਿਹੜਾ ਮਨ ਹੈ ਇਹਦੇ ਵਿੱਚ ਇੰਨੀਆਂ ਤ੍ਰਿਸ਼ਨਾ ਹੈ, ਇੰਨੀਆਂ ਖਾਸ਼ਾਂ ਹੈਗੀਆਂ ਕਿ ਇੱਕ ਇੱਛਾ ਅਗਰ ਉਹਦੀ ਕੋਸ਼ਿਸ਼ ਨਾਲ ਪੂਰੀ ਵੀ ਹੋ ਜਾਵੇ ਤਾਂ 10 ਇੱਛਾ ਹੋਰ ਖੜੀਆਂ ਹੋ ਜਾਂਦੀਆਂ। ਲੇਕਿਨ ਜਿਹੜੇ ਗੁਰਮੁਖ ਪਿਆਰੇ ਸਤਸੰਗ ਦੇ ਬਚਨ ਸਰਵਣ ਕਰਦੇ ਆ ਨਾ, ਉਹਨਾਂ ਦੀ ਇੱਛਾ ਤ੍ਰਿਸ਼ਨਾ ਦੀ ਪੂਰਤੀ ਸਹਿਜ ਦੇ ਵਿੱਚ ਹੋ ਜਾਂਦੀ ਆ। ਜਿਵੇਂ ਮਹਾਂਪੁਰਖਾਂ ਦੇ ਬਚਨ ਵਾ ਕਿ ਜਦੋਂ ਇਹ ਸੰਸਾਰ ਦੀ ਰਚਨਾ ਕੀਤੀ, ਉਸ ਟਾਈਮ ਜਿੰਨੇ ਵੀ ਜੀਵ ਪਰਮੇਸ਼ਰ ਨੇ ਬਣਾਏ ਆ, ਸਾਰਿਆਂ ਨੂੰ ਕਿਹਾ, ਕਹਿੰਦੇ ਭਾਈ ਵੀ ਆਪੋ ਆਪਣਾ ਬਰਤਨ ਲੈ ਕੇ ਆਵੋ ਅਤੇ ਮੈਂ ਆਪ ਨੂੰ ਨਾ ਸੰਸਾਰ ਦੇ ਵਿੱਚ ਜੋ ਵੀ ਖਾਣ ਦੇ ਪਦਾਰਥ ਹੈਗੇ ਉਹਦੇ ਵਿੱਚ ਪਾ ਦਿੰਦਾ। ਕਹਿੰਦੇ ਹਰੇਕ ਦੇ ਬਰਤਨ ਵਿੱਚ ਵਾਹਿਗੁਰੂ ਜੀ ਨੇ ਹੈ ਨਾ ਆਪਣੀ ਮੁੱਠੀ ਭਰ ਭਰ ਕੇ ਪਾਤੀ। ਪਰ ਜਦੋਂ ਇਨਸਾਨ ਜਿਹੜਾ ਸੀਗਾ ਆਪਣਾ ਬਰਤਨ ਲੈ ਕੇ ਪਰਮੇਸ਼ਰ ਦੇ ਅੱਗੇ ਆਇਆ ਅਤੇ ਇਸ ਦਾ ਬਰਤਨ ਭਰੇ ਹੀ ਨਾ। ਜਦ ਕਹਿੰਦੇ ਬਰਤਨ ਨਾ ਭਰੇ ਅਤੇ ਪਰਮੇਸ਼ਰ ਦੇਖ ਕੇ ਬੜਾ ਹੈਰਾਨ ਹੋਇਆ ਵੀ ਇਹਦਾ ਬਰਤਨ ਕਿਉਂ ਨਹੀਂ ਭਰਦਾ। ਫਿਰ ਦੱਸਿਆ ਹੈਗਾ ਕਿ ਜਦ ਵਾਹਿਗੁਰੂ ਨੇ ਦੇਖਿਆ ਕਿ ਭਾਈ ਇਨਸਾਨ ਦਾ ਬਰਤਨ ਜਿਹੜਾ ਹੈ ਨਾ ਇਹਦੀ ਆਪਣੀ ਖੋਪਰੀ ਹੈ। ਕਿਉਂ? ਖੋਪਰੀ ਦੇ ਵਿੱਚ ਜੋ ਇਸ ਦੀਆਂ ਖਾਸ਼ਾਂ ਛੁਪੀਆਂ ਹੋਈਆਂ, ਇਹਨਾਂ ਖਾਸ਼ਾਂ ਦੇ ਪਿੱਛੇ ਇੱਕ ਖਾਸ਼ ਪੂਰੀ ਹੁੰਦੀ ਆ, 10 ਹੋਰ ਖੜੀਆਂ ਹੋ ਜਾਂਦੀਆਂ, 10 ਪੂਰੀਆਂ ਹੁੰਦੀਆਂ 100 ਹੋਰ ਖੜੀਆਂ ਹੋ ਜਾਂਦੀਆਂ, 100 1000 ਲੱਖਾਂ ਅਰਬਾਂ ਖਰਬਾਂ ਖਾਸ਼ਾਂ ਅੱਗੇ ਤੋਂ ਅੱਗੇ ਨਿਕਲਦੀਆਂ ਜਾਂਦੀਆਂ ਹੈ। ਇਸ ਕਰਕੇ ਇਹਨਾਂ ਸਾਰਾ ਖਾਸ਼ਾਂ ਦਾ ਜਿਹੜਾ ਹੈ ਨਾ ਅੰਤ ਹੈ ਉਹ ਇੱਕੋ ਹੀ ਤਰੀਕਾ ਹੈ। ਉਹ ਕੀ ਹੈ? ਸਤਸੰਗ ਦੇ ਪ੍ਰਵਚਨ ਸੁਣਨਾ। ਹੁਣ ਜਿਹੜੇ ਸਤਸੰਗ ਦੇ ਪ੍ਰਵਚਨ ਸੁਣਦੇ ਆ, ਉਹਨਾਂ ਦੀਆਂ ਸਾਰੀਆਂ ਖਾਸ਼ਾਂ ਜਿਹੜੀਆਂ ਨਾ ਉਹ ਆਪਣੇ ਆਪ ਘਟਣ ਲੱਗ ਪੈਂਦੀਆਂ। ਜਿਉਂ ਕਹਿ ਲਓ ਕਿ ਉਹਦੀ ਜਿਹੜੀ ਖਾਸ਼ ਉਹ ਹੀ ਰਹਿ ਜਾਂਦੀ ਹੈ ਜਿਸ ਦੀ ਉਹਨੂੰ ਖਾਸ ਜ਼ਰੂਰਤ ਹੁੰਦੀ ਆ। ਬਾਕੀ ਸਾਰੀਆਂ ਖਾਸ਼ਾਂ ਜਿਹੜੀਆਂ ਹਨ ਉਹ ਆਪਣੇ ਮਨ ਦੇ ਵਿੱਚੋਂ ਵਿਸਾਰ ਦਿੰਦਾ। ਉਸ ਦਾ ਚਿੱਤ ਜਿਹੜਾ ਹੈ ਨਾ, ਇਹ ਜੋ ਫਾਲਤੂ ਖਾਸ਼ਾਂ ਹੁੰਦੀਆਂ ਉਧਰ ਨੂੰ ਬਿਲਕੁਲ ਨਹੀਂ ਲੱਗਦਾ। ਕੇਵਲ ਅਤੇ ਕੇਵਲ ਇੱਕੋ ਹੀ ਖਾਸ਼ ਰਹਿ ਜਾਂਦੀ ਆ। ਉਹ ਕੀ ਹੈ ਕਿ ਤੋਰ ਭਜਨ ਕੀ ਰਹੇ ਪਿਆਸਾ, ਬਸ ਇੰਨੀ ਤ੍ਰਿਸ਼ਨਾ ਰਹਿ ਜਾਂਦੀ ਆ। ਪਹਿਲੀ ਤਾਂ ਸਤਸੰਗ ਦੇ ਪ੍ਰਵਚਨ ਸੁਣਨਾ ਤ੍ਰਿਸ਼ਨਾ ਦੀ ਪੂਰਤੀ ਹੁੰਦੀ ਆ। ਦੂਸਰਾ ਕੀ ਹੁੰਦਾ? ਕਹਿੰਦੇ ਚਿੱਤ ਦੀ ਸ਼ੁੱਧੀ ਹੁੰਦੀ। ਮਹਾਂਪੁਰਖ ਦੱਸਦੇ ਸਤਸੰਗ ਦੇ ਪ੍ਰਵਚਨ ਸੁਣਨਾ ਚਿੱਤ ਦੀ ਸ਼ੁੱਧੀ ਹੋ ਜਾਂਦੀ ਹੈ। ਜਿਵੇਂ ਅਸੀਂ ਤੀਰਥ ਯਾਤਰਾ ਵੀ ਕਰਦੇ ਹਾਂ, ਵਰਤ ਵੀ ਰੱਖਦੇ ਹਾਂ, ਦਾਨ ਵੀ ਦਿੰਦੇ ਹਾਂ, ਜਾਂ ਹੋਰ ਕਈਆਂ ਤਰ੍ਹਾਂ ਦੀਆਂ ਜਿਹੜੇ ਹੋਰ ਧਾਰਮਿਕ ਜਿੰਨੇ ਵੀ ਕਿਰਿਆ ਕਰਮ ਹੈ ਉਹ ਸਾਰੇ ਕਰਦੇ ਹਾਂ, ਪਾਠ ਕਰਦੇ ਹਾਂ, ਪੂਜਾ ਵੀ ਕਰਦੇ ਹਾਂ, ਇਸ ਤੋਂ ਇਲਾਵਾ ਹੋਰ ਵੀ ਜਿਹੜੇ ਧਰਮ ਕਰਮ ਕਰਦੇ ਹਾਂ। ਪਰ ਇਹ ਸਾਰੇ ਧਰਮ ਕਰਮ ਕਰਨ ਦੇ ਨਾਲ ਕੇਵਲ ਅਤੇ ਕੇਵਲ ਸਵੈ ਦੀ ਸ਼ੁੱਧੀ ਤਾਂ ਹੋ ਜਾਂਦੀ ਆ। ਜਿਵੇਂ ਗੁਰਬਾਣੀ ਆਖਦੀ ਆ ਕਿ ਇਹ ਸਾਡੇ ਧਰਮ ਕਰਮ ਕਰਨ ਦੇ ਨਾਲ ਇਸ ਦਾ ਫਲ ਇੰਨਾ ਹੀ ਆ ਕਿ ਜਿਵੇਂ ਖੂਹ ਦਾ ਪਾਣੀ ਹੋਵੇ। ਅਤੇ ਬਾਕੀ ਜਿਵੇਂ ਕੀਰਤਨ ਸਰਵਣ ਕਰਨਾ ਹੈਗਾ, ਇਹਦਾ ਫਲ ਜਿਹੜਾ ਹੈਗਾ ਉਹ ਮੋਲੇ ਧਾਰ ਵਰਖਾ। ਅਗਰ ਸਤਸੰਗ ਦੇ ਪ੍ਰਵਚਨ ਸੁਣ ਲਈਏ ਅਤੇ ਇਹਦਾ ਫਲ ਐਡਾ ਭਾਰਾ ਹੈਗਾ ਕਿ ਇਹ ਸੌਣ ਦੀ ਝੜੀ ਹੈ। ਸੌਣ ਦੀ ਝੜੀ ਜਿਹੜੀ ਆ ਨਾ ਉਹ ਸਦਾ ਇੱਕ ਸਾਰ ਨਿੰਮੀ ਹਮੇਸ਼ਾ ਚੱਲਦੀ ਰਹਿੰਦੀ ਆ। ਅਤੇ ਇਸੇ ਤਰ੍ਹਾਂ ਜਦੋਂ ਇਨਸਾਨ ਜਿਹੜਾ ਹੈ ਨਾ ਕੋਈ ਨਾ ਕੋਈ ਸਤਸੰਗ ਦੇ ਪ੍ਰਵਚਨ ਸਰਵਣ ਕਰਦਾ ਹੈ, ਉਹਦੀ ਜਿਹੜੀ ਹੈ ਨਾ ਪਹਿਲਾਂ ਸ਼ੁੱਧੀ ਹੈਗੀ ਆ, ਉਸ ਦੇ ਮਨ 'ਤੇ ਅਸਰ ਕਰਦੀ ਆ। ਮਨ ਤੋਂ ਬਾਅਦ ਫਿਰ ਬੁੱਧ 'ਤੇ ਅਸਰ ਕਰਦੀ ਆ। ਬੁੱਧ ਤੋਂ ਬਾਅਦ ਫਿਰ ਜਿਹੜੀ ਇਹ ਜੋ ਪ੍ਰਵਚਨਾਂ ਦੀ ਤਾਕਤ ਹੈਗੀ ਆ, ਫਿਰ ਇਹਦੇ ਚਿੱਤ 'ਤੇ ਅਸਰ ਕਰਦੀ ਆ। ਤੀਸਰਾ ਵਚਨ ਮਹਾਂਪੁਰਖਾਂ ਦਾ ਹੈਗਾ, ਕਹਿੰਦੇ ਕਿ ਸਤਸੰਗ ਦੇ ਪ੍ਰਵਚਨ ਸੁਣਨਾ ਹੈ ਨਾ ਪ੍ਰੇਮ ਹੋ ਜਾਂਦਾ ਵਾਹਿਗੁਰੂ ਜੀ ਦੇ ਨਾਲ। ਜਿਵੇਂ ਗੁਰਬਾਣੀ ਆਖਦੀ ਹੈ ਨਾ, ਜਿਹਨੂੰ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹਦਾ ਪ੍ਰੇਮ ਹੋ ਜਾਂਦਾ। ਪਰ ਸ਼ੁਰੂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਵੇਂ ਜਿਹੜਾ ਮਨ ਹੈਗਾ ਉਹ ਸੰਸਾਰ ਦੇ ਭੋਗਾਂ ਵਿਲਾਸਾਂ ਨੂੰ ਬੜਾ ਨੱਠਦਾ ਹੈ।
ਸੋ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਪ੍ਰਤੀਤ ਹੁੰਦਾ, ਪਰ ਅਸਲ ਦੇ ਵਿੱਚ ਉਹਨੂੰ ਪਤਾ ਲੱਗਦਾ ਕਿ ਇਹ ਮੇਰਾ ਭਰਮ ਹੈ। ਕਿਉਂਕਿ ਅਗਰ ਮਨ ਸੰਸਾਰ ਵੱਲ ਜਾਂਦਾ ਹੈਗਾ ਤਾਂ ਫਿਰ ਉੱਥੋਂ ਦੁਬਾਰਾ ਜਿਹੜਾ ਹੈਗਾ ਉਹਦਾ ਮਨ ਟੁੱਟਦਾ ਕਿਉਂ ਹੈ? ਕਿਉਂਕਿ ਮਨ ਦੀ ਇੱਕ ਸੀਮਾ ਹੈਗੀ ਆ। ਮਨ ਕਿਸੇ ਨਾ ਕਿਸੇ ਚੀਜ਼ ਦਾ ਰਸ ਲੈ ਕੇ ਮੁੜ ਕੇ ਜਿਹੜਾ ਮਨ ਵਾ ਉਸ ਚੀਜ਼ ਤੋਂ ਭਰ ਜਾਂਦਾ ਹੈਗਾ, ਫਿਰ ਕਿਸੇ ਹੋਰ ਰਸ ਦੀ ਤਲਾਸ਼ ਦੇ ਵਿੱਚ ਰਹਿੰਦਾ ਹੈ। ਪਰ ਇੱਥੇ ਪਰਮੇਸ਼ਰ ਦੇ ਨਾਲ ਝੁਕਾਅ ਹੋਣ ਦੇ ਨਾਲ ਜਦ ਮਨ ਦਾ ਰੁੱਖ ਜਿਹੜਾ ਨਾ ਵਾਹਿਗੁਰੂ ਦੀ ਪ੍ਰੀਤੀ ਦੇ ਵਿੱਚ ਮੁੜ ਚੱਲਦਾ ਹੈ, ਅਤੇ ਇਹ ਪ੍ਰੀਤ ਇੰਨੀ ਪ੍ਰਬਲ ਹੋ ਜਾਂਦੀ ਆ ਕਿ ਇਸ ਪ੍ਰੀਤੀ ਦੇ ਵਿੱਚੋਂ ਨਿਕਲਣ ਨੂੰ ਇੱਕ ਛਿਨ ਵੀ ਚਿੱਤ ਨਹੀਂ ਕਰਦਾ ਹੈ। ਐਸੀ ਗਹਿਰੀ ਪ੍ਰੀਤੀ ਪਰਮੇਸ਼ਰ ਨਾਲ ਬਣ ਜਾਂਦੀ। ਜਿਵੇਂ ਕਲਗੀਧਰ ਮਹਾਰਾਜ ਦੇ ਵਚਨ ਹੈ ਕਿ ਚਿਤ ਨਾ ਬਿਓ ਹਮਰੋ ਆਵਨ ਕਹਿ। ਇਹ ਇੱਕ ਬਹੁਤ ਗਹਿਰੀ ਪ੍ਰੀਤੀ ਆ, ਜਿਹੜੀ ਸੁਰਤ ਜਿਹੜੀ ਹੈ ਨਾ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਚੁੱਭ ਜਾਂਦੀ ਹੈ, ਇੰਨੀ ਗਹਿਰੀ ਉਤਰ ਜਾਂਦੀ ਹੈਗੀ ਹੈ ਕਿ ਆਦਮੀ ਕੇਵਲ ਅਤੇ ਕੇਵਲ ਪ੍ਰੀਤ ਦਾ ਰੰਗ ਹੀ ਮਾਣਦਾ ਹੈ। ਇਹ ਜਿਹੜੀ ਪ੍ਰੀਤ ਹੈ ਇਹ ਸਤਸੰਗ ਦੇ ਵਿੱਚ ਸਹਿਜ ਦੇ ਵਿੱਚ ਜਗਿਆਸੂ ਨੂੰ ਪ੍ਰਾਪਤ ਹੋ ਜਾਂਦੀ ਆ। ਸੋ ਇਸੇ ਕਰਕੇ ਮਹਾਂਪੁਰਖ ਆਖਦੇ ਆ ਕਿ ਜਿਹੜੇ ਨਵੇਂ ਜਗਿਆਸੂ ਹੁੰਦੇ ਆ, ਜਦ ਉਹਨਾਂ ਦੀ ਪ੍ਰੀਤ ਪਰਮੇਸ਼ਰ ਨਾਲ ਹੁੰਦੀ ਆ, ਉਹਨਾਂ ਦਾ ਮਨ ਸੰਸਾਰ ਤੋਂ ਉਪਰਾਮ ਹੋ ਕੇ ਅਤੇ ਵਾਹਿਗੁਰੂ ਦੇ ਨਾਲ ਜੁੜਦਾ ਹੈ। ਜਦ ਉਹ ਕੇਵਲ ਅਤੇ ਕੇਵਲ ਵਾਹਿਗੁਰੂ ਦੇ ਨਾਲ ਜੁੜਦਾ ਹੈ, ਜੋਗੀ ਬਣਦਾ ਹੈਗਾ, ਅਤੇ ਫਿਰ ਸਮਾਂ ਪਾ ਕੇ ਉਹਦਾ ਮਨ ਇੰਨਾ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦਾ ਕਿ ਉਹ ਪਰਮੇਸ਼ਰ ਜੋਗਾ ਹੀ ਹੋ ਜਾਂਦਾ। ਅਤੇ ਜਦ ਵਾਹਿਗੁਰੂ ਜੋਗਾ ਹੋ ਜਾਂਦਾ ਤਾਂ ਪਰਮੇਸ਼ਰ ਵੀ ਆਪਣੇ ਉਸ ਪ੍ਰੇਮ ਪਿਆਰੇ ਦੇ ਪਿਆਰ ਦੇ ਵਿੱਚ ਉਹਦੇ ਜੋਗੇ ਹੋ ਜਾਂਦੇ ਆ। ਅਗਲਾ ਬਚਨ ਮਹਾਂਪੁਰਖਾਂ ਦਾ ਹੈ ਕਿ ਸੰਤਾਂ ਦੇ ਨਾਲ ਮਿੱਤਰਤਾ। ਕਿ ਦੇਖੋ ਸਤਸੰਗ ਦੇ ਪ੍ਰਵਚਨ ਸੁਣਨ ਦੇ ਨਾਲ ਜਿਹੜੀ ਸੰਸਾਰੀ ਮਿੱਤਰਤਾ ਹੈਗੀ ਆ, ਇਹ ਮਿੱਤਰਤਾ ਜਿਹੜੀ ਆ ਇਹ ਬੇਸਵਾਦ ਲੱਗਣ ਲੱਗ ਪੈਂਦੀ ਆ। ਅਸਲ ਦੇ ਵਿੱਚ ਉਹਨੂੰ ਪਤਾ ਲੱਗਦਾ ਹੈਗਾ ਕਿ ਅਗਰ ਸੱਚੀ ਮਿੱਤਰਤਾ ਹੈਗੀ ਆ ਤਾਂ ਸੱਚੀ ਮਿੱਤਰਤਾ ਕੇਵਲ ਅਤੇ ਕੇਵਲ ਸੰਤਾਂ ਮਹਾਂਪੁਰਖਾਂ ਨਾਲ ਹੋ ਸਕਦੀ ਆ। ਕਿਉਂਕਿ ਜਿਹੜੀ ਸੰਸਾਰੀ ਮਿੱਤਰਤਾ ਹੈਗੀ ਆ, ਇਹ ਸੰਸਾਰੀ ਮਿੱਤਰਤਾ ਇਸ ਲੋਕ ਦੇ ਵਿੱਚ ਤੱਕ ਹੀ ਸੀਮਿਤ ਰਹਿ ਜਾਂਦੀ ਆ। ਲੇਕਿਨ ਜਿਹੜੀ ਸੰਤਾਂ ਦੀ ਮਿੱਤਰਤਾ ਹੈ ਉਹ ਲੋਕ ਦੇ ਉੱਪਰ ਲੋਕ ਸਹੇਲੇ ਕਰ ਦਿੰਦੀ ਆ। ਇਸ ਕਰਕੇ ਸਭ ਤੋਂ ਉੱਤਮ ਜਿਹੜੀ ਮਿੱਤਰਤਾ ਹੈ ਉਹ ਕੇਵਲ ਅਤੇ ਕੇਵਲ ਪਰਮੇਸ਼ਰ ਦੀ ਹੀ ਮੰਨੀ ਜਾਂਦੀ ਆ। ਜਿਵੇਂ ਮਹਾਂਪੁਰਖ ਦੱਸਦੇ ਸੀ ਕਿ ਇੱਕ ਵਾਰ ਉਹਨਾਂ ਦੇ ਹੀ ਜਿਹੜੇ ਵੱਡੇ ਮਹਾਂਪੁਰਖ ਸੀਗੇ, ਉਹ ਜਿੰਨੇ ਵੀ ਉਸ ਆਸ਼ਰਮ ਵਿੱਚ ਰਹਿਣ ਵਾਲੇ ਉਹਨਾਂ ਦੇ ਸ਼ਾਗਿਰਦ ਸੀਗੇ, ਉਹ ਉਹਨਾਂ ਦੇ ਪਾਸ ਹੈ ਨਾ ਆਪੋ ਆਪਣਾ ਜਿਹੜਾ ਸੀਗਾ ਥੋੜ੍ਹਾ ਬਹੁਤਾ ਪੈਸਾ ਜਮ੍ਹਾਂ ਰੱਖਦੇ ਸੀ। ਸੋ ਮਹਾਤਮਾ ਜਿਹੜੇ ਸੀਗੇ ਜਿੰਨੇ ਕੋਈ ਮੰਗਦਾ ਸੀ ਉਨੇ ਪੈਸੇ ਉਹਨੂੰ ਦੇ ਦਿੰਦੇ ਸੀ। ਅਤੇ ਉੱਥੇ ਹੀ ਇੱਕ ਸ਼ਾਗਿਰਦ ਜਿਹੜਾ ਉਸ ਆਸ਼ਰਮ ਵਿੱਚ ਰਹਿਣ ਵਾਲਾ ਸੀਗਾ, ਉਹ ਮਹਾਂਪੁਰਖਾਂ ਨੂੰ 500 ਰੁਪਈਆ ਮਹੀਨਾ ਦਿੰਦਾ ਸੀ। ਪਰ ਜਦ 500 ਰੁਪਈਆ ਮਹੀਨਾ ਦਿੰਦਾ ਸੀ ਤਾਂ ਉਹ ਇੱਕ ਹਫ਼ਤੇ ਦਾ ਹੀ 400-500 ਰੁਪਈਆ ਖਰਚ ਕਰ ਦਿੰਦਾ ਸੀ। ਅਤੇ ਪਰ ਦੇਖੋ ਮਹਾਂਪੁਰਖਾਂ ਨੇ ਕਦੀ ਨਹੀਂ ਉਹਨੂੰ ਇਹ ਗੱਲ ਚਿਤਾਰੀ ਕਿ ਭਾਈ ਤੇਰਾ 500 ਰੁਪਈਆ ਖਤਮ ਹੋ ਗਿਆ ਹੈ। ਪਰ ਜਦ ਵੀ ਉਹ ਜਿਹੜਾ ਸੀਗਾ ਹਫ਼ਤੇ ਦੇ ਬਾਅਦ ਫਿਰ 500 ਰੁਪਈਆ ਖਰਚ ਕਰਦਾ ਸੀ, ਫਿਰ ਕਹਿੰਦਾ ਸੀ ਕਿ ਮੇਰੇ ਕਿੰਨੇ ਰਹਿੰਦੇ ਆ, ਤਾਂ ਮਹਾਂਪੁਰਖ ਹੱਸ ਕੇ ਕਹਿੰਦੇ ਸੀ ਕਿ ਤੇਰਾ 500 ਰੁਪਈਆ ਪਿਆ ਹੈਗਾ। ਦੇਖੋ ਇੱਕ ਵਾਰ 500 ਜਮ੍ਹਾਂ ਕਰਾਏ ਤਾਂ ਉਹ ਸ਼ਰਧਾਲੂ ਸੇਵਕ ਸੀਗਾ, ਉਹ ਭਾਵੇਂ ਮਹੀਨੇ ਦੇ ਵਿੱਚ 2000 ਜਾਂ 3000 ਖਰਚ ਵੀ ਕਰ ਦਿੰਦਾ ਸੀ, ਅਤੇ ਮਹਾਂਪੁਰਖ ਉਹਦਾ 500 ਰੁਪਈਆ ਜਮ੍ਹਾਂ ਹੀ ਮੰਨਦੇ ਸੀਗੇ। ਸੋ ਇਹ ਜਿਹੜੀ ਹੈ ਨਾ ਪ੍ਰੇਮ ਦੀ ਮਿੱਤਰਤਾ ਹੈਗੀ, ਸੰਤਾਂ ਦੇ ਨਾਲ ਮਿੱਤਰਤਾ। ਸੋ ਇੱਕ ਵਾਰ ਮਹਾਂਪੁਰਖ ਦੱਸਦੇ ਸੀਗੇ ਕਿ ਇੱਕ ਵਾਰ ਕੋਈ ਸੱਜਣ ਜਿਹੜੇ ਸੀਗੇ ਕਹਿੰਦੇ ਕਿ ਸਾਨੂੰ ਹੁਣ 5000 ਰੁਪਈਆ ਦੇ ਗਏ, ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਮਹਾਤਮਾ ਜਿਹੜੇ ਸੀ ਉਸ ਡੇਰੇ ਦੇ ਵਿੱਚ ਨਹੀਂ ਸੀਗੇ, ਅਤੇ ਸਾਨੂੰ ਉਹ ਕਹਿ ਕੇ ਜਦੋਂ ਆਉਣਗੇ ਤਾਂ ਤੁਸੀਂ ਇਹ 5000 ਰੁਪਈਆ ਉਹਨਾਂ ਨੂੰ ਦੇ ਦਿਓ, ਕਿਉਂਕਿ ਕੋਈ ਸਮਾਂ ਸੀਗਾ ਜਦੋਂ ਮੈਂ ਮਹਾਤਮਾ ਦੇ ਕੋਲੋਂ 5000 ਰੁਪਈਆ ਆਧਾਰਾ ਲੈ ਕੇ ਗਿਆ ਸੀ। ਸੋ ਸੰਤ ਕਹਿਣ ਲੱਗੇ ਕਿ ਅਸੀਂ ਹੈ ਨਾ ਉਹ ਜਿਹੜੇ 5000 ਰੁਪਈਆ ਸੀ ਕਿ ਫੜ ਕੇ ਆਪਣੇ ਕਮਰੇ ਦੇ ਵਿੱਚ ਰੱਖ ਲਏ। ਪਰ ਉਸ ਤੋਂ ਬਾਅਦ ਸਾਨੂੰ ਯਾਦ ਭੁੱਲ ਗਿਆ। ਪਰ ਜਦੋਂ ਮਹਾਤਮਾ ਮਹੀਨੇ ਬਾਅਦ ਬਾਹਰੋਂ ਪ੍ਰਚਾਰਕ ਦੌਰੇ ਤੋਂ ਵਾਪਸ ਆਏ ਅਤੇ ਕਹਿੰਦੇ ਫਿਰ ਮੇਰੇ ਮਨ 'ਚ ਖਿਆਲ ਆਇਆ ਕਿ ਉਹ ਜਿਹੜੇ ਸੱਜਣ ਪੈਸੇ ਦੇ ਕੇ ਗਏ ਸੀ ਉਹ ਵੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ ਆ, ਅਤੇ ਉਹਨਾਂ ਨੇ ਮਹਾਂਪੁਰਖਾਂ ਨਾਲ ਗੱਲ ਕੀਤੀ ਹੋਊਗੀ ਵੀ 5000 ਰੁਪਈਆ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ। ਪਰ ਉਹ ਮਹਾਂਪੁਰਖ ਕਹਿਣ ਲੱਗੇ ਕਿ ਜਦੋਂ ਮੈਂ ਆਪਣੇ ਕਮਰੇ ਦੇ ਵਿੱਚ ਜਿੱਥੇ 5000 ਰੁਪਈਆ ਰੱਖਿਆ ਸੀਗਾ, ਜਦੋਂ ਚੱਕ ਕੇ ਦੇਖਿਆ ਤਾਂ ਕੀ ਦੇਖਿਆ ਕਿ ਉੱਥੇ 5000 ਰੁਪਈਆ ਗਾਇਬ ਸੀਗਾ। ਕੋਈ ਆਦਮੀ ਜਿਹੜਾ ਸੀਗਾ ਹੈ ਨਾ ਮੇਰੇ ਕਮਰੇ ਦੇ ਵਿੱਚੋਂ 5000 ਰੁਪਈਆ ਕੱਢ ਕੇ ਜਿਹੜਾ ਲੈ ਗਿਆ ਸੀਗਾ। ਫਿਰ ਮਹਾਂਪੁਰਖ ਦੱਸਦੇ ਕਿ ਸਾਨੂੰ ਇੰਨੀ ਪਰੇਸ਼ਾਨੀ ਹੋਈ ਕਿ 5000 ਰੁਪਈਆ ਉਸ ਟਾਈਮ ਦੀ ਬਹੁਤ ਵੱਡੀ ਰਕਮ ਸੀਗੀ, ਲੇਕਿਨ ਕਹਿੰਦੇ ਇਸੇ ਪਰੇਸ਼ਾਨੀ ਦੇ ਵਿੱਚ ਅਸੀਂ ਪੂਰਾ ਕਮਰਾ ਛਾਣ ਮਾਰਿਆ, ਪਰ ਸਾਨੂੰ 5000 ਰੁਪਈਆ ਕਿਤੇ ਨਹੀਂ ਮਿਲਿਆ। ਅਚਨਚੇਤ ਕਹਿੰਦੇ ਸਾਡੇ ਉਹ ਮਹਾਤਮਾ ਜਿਹੜੇ ਸੀਗੇ ਮੇਰੇ ਕਮਰੇ 'ਚ ਆਏ ਅਤੇ ਮੇਰਾ ਸਾਰਾ ਸਮਾਨ ਖਿਲਰਿਆ ਦੇਖ ਕੇ ਕਹਿਣ ਲੱਗੇ ਕੀ ਗੱਲ ਅੱਜ ਤੁਸੀਂ ਬੜੇ ਪਰੇਸ਼ਾਨ ਹੋ। ਪਰ ਕਹਿੰਦੇ ਮੈਂ ਡਰਦੇ ਜਿਹੜੀ ਸੀ ਉਹਨਾਂ ਤੋਂ ਬੇਨਤੀ ਕੀਤੀ ਕਿ ਇੱਕ ਸੱਜਣ ਜਿਹੜੇ ਸੀ ਜਿਨ੍ਹਾਂ ਨੇ ਆਪ ਤੋਂ 5000 ਰੁਪਈਆ ਲਏ ਸੀਗੇ,
ਉਹ 5000 ਰੁਪਏ ਮੈਨੂੰ ਦੇ ਗਏ ਸੀਗੇ ਅਤੇ ਮੈਂ ਉਹ 5000 ਰੁਪਏ ਆਪਣੇ ਕਮਰੇ 'ਚ ਰੱਖ ਦਿੱਤੇ ਸੀ ਅਤੇ ਮੇਰੇ ਕਮਰੇ ਵਿੱਚੋਂ 5000 ਰੁਪਏ ਚੋਰੀ ਹੋ ਗਏ ਆ। ਅਤੇ ਮੈਨੂੰ ਇਸ ਗੱਲ ਦਾ ਬੜਾ ਖੇਦ ਹੈਗਾ। ਜਦ ਕਹਿੰਦੇ ਅਸੀਂ ਮਹਾਤਮਾ ਨੂੰ ਦੱਸਿਆ ਸੀ ਤਾਂ ਮਹਾਤਮਾ ਕਹਿਣ ਲੱਗੇ ਫਿਰ ਕੀ ਹੋਇਆ, ਅਗਰ ਕੋਈ ਲੈ ਗਿਆ ਹੈ ਤਾਂ ਉਹਨੂੰ ਜ਼ਰੂਰਤ ਹੋਊਗੀ ਤਾਂ ਲੈ ਗਿਆ, ਤੂੰ ਕਾਹਨੂੰ ਇੰਨਾ ਪਰੇਸ਼ਾਨ ਹੁੰਦਾ। ਚੱਲ ਆਹ ਦੇਖ, ਆਹ ਜਿਹੜੀ ਕਾਪੀ ਅਤੇ ਜਿਸ ਤੋਂ ਮੈਂ ਉਹਦੇ 5000 ਰੁਪਏ ਰਕਮ ਲਿਖੀ ਸੀ ਕਿ ਉਹਨੇ ਆਧਾਰ ਹੀ ਲੈ ਲਈ ਆ, ਅਤੇ ਮੈਂ ਇਹਨੂੰ ਕੱਟ ਕੇ ਜਿਹੜਾ ਹੈਗਾ ਇਹ ਲਿਖ ਦਿੰਦਾ ਕਿ ਮੈਂ 5000 ਰੁਪਏ ਵਸੂਲ ਪਾਏ ਆ। ਜਦ ਕਿ ਉਹਨਾਂ ਟਾਈਮਾਂ ਦੇ ਵਿੱਚ 5000 ਰੁਪਏ ਬਹੁਤ ਵੱਡੀ ਰਕਮ ਸੀ। ਅੱਜ ਦਾ ਤਕਰੀਬਨ 1.5 ਲੱਖ ਰੁਪਈਆ ਜਿਹੜਾ ਉਹ ਬਣਦਾ ਹੈਗਾ। ਸੋ ਇਹ ਕੀ ਆ, ਇਹ ਮਹਾਂਪੁਰਖਾਂ ਦੀ ਦਰਿਆ ਦੇ ਲਈ ਆ। ਸੋ ਦਰਿਆ ਦੇ ਲਈ ਜਿਹੜੀ ਹੈ ਨਾ ਸੰਤਾਂ ਦੀ ਮਿੱਤਰਤਾ ਭਾਵਨਾ ਨੂੰ ਹੀ ਦਰਸਾਉਂਦੀ ਹੈਗੀ ਆ। ਸੋ ਅਗਲਾ ਜਿਹੜਾ ਹੈ ਨਾ ਮਹਾਂਪੁਰਖਾਂ ਦਾ ਬਚਨ ਹੈਗਾ ਕਿ ਜਿਹੜੇ ਗੁਰਸਿੱਖ ਸਤਸੰਗ ਦੇ ਪ੍ਰਵਚਨ ਸੁਣਦੇ ਆ, ਉਹਨਾਂ ਦੀ ਜਿਹੜੀ ਨਾ ਸਰੀਰਕ ਅਰੋਗਤਾ ਹੈਗੀ ਆ ਉਹ ਬਹੁਤ ਜ਼ਿਆਦਾ ਦੂਸਰੇ ਦੁਨਿਆਵੀ ਲੋਕਾਂ ਨਾਲੋਂ ਸਹਿਜ ਦੇ ਵਿੱਚ ਬਣੀ ਰਹਿੰਦੀ ਆ। ਜਿਵੇਂ ਅਸੀਂ ਦੁਨਿਆਵੀ ਲੋਕੀ ਦੇਖਦੇ ਹਾਂ ਕਿ ਆਪਣੇ ਸਰੀਰ ਨੂੰ ਨਿਰੋਗ ਰੱਖਣ ਵਾਸਤੇ ਕਈ ਤਰ੍ਹਾਂ ਦੇ ਪਦਾਰਥ ਜਾਂ ਹੋਰ ਮੇਵੇ ਜਾਂ ਫਲ ਫਰੂਟ ਇਸ ਤਰ੍ਹਾਂ ਦੀਆਂ ਚੀਜ਼ਾਂ ਉਹ ਖਾਂਦੇ ਆ ਮਹਿੰਗੇ ਭਾਅ ਦੀਆਂ ਲੈ ਕੇ, ਤਾਂ ਜੋ ਉਹਨਾਂ ਦੀ ਸਿਹਤ ਜਿਹੜੀ ਮਜ਼ਬੂਤ ਰਹੇ। ਪਰ ਜਿਹੜੇ ਸਤਸੰਗ ਦੇ ਪ੍ਰਵਚਨ ਸੁਣਦੇ ਆ ਹੈ ਨਾ, ਉਹਨਾਂ ਨੂੰ ਮਹਾਂਪੁਰਖਾਂ ਦੇ ਪ੍ਰਵਚਨਾਂ ਦੇ ਵਿੱਚੋਂ ਹੀ ਐਸੇ ਤੱਤ ਪ੍ਰਾਪਤ ਹੋ ਜਾਂਦੇ, ਐਸੇ ਗੁਣ ਪ੍ਰਾਪਤ ਹੋ ਜਾਂਦੇ, ਐਸੇ ਵਿਟਾਮਿਨ ਪ੍ਰਾਪਤ ਹੋ ਜਾਂਦੇ ਕਿ ਉਹਨਾਂ ਨੂੰ ਬਾਹਰ ਦੀਆਂ ਚੀਜ਼ਾਂ ਖਾਣ ਦੀ ਜ਼ਰੂਰਤ ਨਹੀਂ ਰਹਿੰਦੀ। ਉਹਨਾਂ ਦਾ ਸਰੀਰ ਪ੍ਰਵਚਨ ਸੁਣਨ ਦੇ ਨਾਲ ਹੀ ਰਿਸ਼ਟ ਪੁਸ਼ਟ ਰਹਿੰਦਾ ਹੈਗਾ। ਇਸ ਕਰਕੇ ਜੇ ਇਹਦਾ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਹੈਗਾ, ਉਸ ਨੂੰ ਫਿਰ ਹੈ ਨਾ ਰੋਗ ਲੱਗਣ ਦਾ ਬਹੁਤ ਘੱਟ ਜਿਹੜਾ ਹੈ ਨਾ ਉਹ ਚਾਂਸ ਹੁੰਦਾ ਹੈ। ਅਗਰ ਫਰਜ਼ ਕਰੋ ਕਿ ਕਿਸੇ ਨੂੰ ਅਗਰ ਕੋਈ ਰੋਗ ਵੀ ਲੱਗ ਜਾਵੇ ਤਾਂ ਉਹਦਾ ਜਿਹੜਾ ਰੋਗ ਹੈ ਨਾ ਮਹਾਂਪੁਰਖਾਂ ਦੇ ਪ੍ਰਵਚਨ ਸੁਣਨ ਦੇ ਨਾਲ ਐਟੋਮੈਟਿਕ ਹੀ ਜਿਹੜਾ ਉਹ ਦੂਰ ਹੋ ਜਾਂਦਾ ਹੈ। ਕਿਉਂਕਿ ਮਹਾਂਪੁਰਖਾਂ ਦੇ ਪ੍ਰਵਚਨ ਦੇ ਵਿੱਚ ਐਸਾ ਗਹਿਰਾ ਰਾਜ ਛੁਪਿਆ ਹੁੰਦਾ ਹੈ, ਐਸੀ ਗਹਿਰੀ ਚੜ੍ਹਦੀ ਕਲਾ ਹੁੰਦੀ ਆ ਜਿਹੜੀ ਜਗਿਆਸੂ ਦੇ ਮਨ ਨੂੰ ਜਿਹੜਾ ਹੈ ਨਾ ਕਦੀ ਥੱਲੇ ਡਿੱਗਣ ਨਹੀਂ ਦਿੰਦੀ, ਤਾਂ ਉਸ ਨੂੰ ਹੈ ਨਾ ਹਮੇਸ਼ਾ ਨਿਰੋਗ ਰੱਖਦੀ ਹੈ। ਸੋ ਅਗਲਾ ਜਿਹੜਾ ਨਾ ਮਹਾਂਪੁਰਖਾਂ ਦਾ ਬਚਨ ਹੈ ਉਹ ਇਹ ਹੈ ਕਿ ਜਿਹੜੇ ਗੁਰਸਿੱਖ ਪ੍ਰਵਚਨ ਸੁਣਦੇ ਮਹਾਂਪੁਰਖਾਂ ਦੇ, ਉਹਨਾਂ ਦੀ ਜਿਹੜੀ ਨਾ ਇੱਛਾ ਦੀ ਪੂਰਤੀ ਆ ਉਹ ਸੰਸਾਰੀ ਲੋਕਾਂ ਦੇ ਨਾਲੋਂ ਬਹੁਤ ਸ਼ੀਘਰ ਹੋ ਜਾਂਦੀ ਆ ਅਤੇ ਬਹੁਤ ਸਹਿਜ ਦੇ ਵਿੱਚ ਹੋ ਜਾਂਦੀ ਆ। ਸੋ ਇਹ ਪ੍ਰਵਚਨਾਂ ਦੀ ਏਡੀ ਭਾਰੀ ਤਾਕਤ ਹੈ। ਇਹ ਇੱਛਾ ਚਾਹੇ ਦੁਨਿਆਵੀ ਹੋਵੇ ਅਤੇ ਚਾਹੇ ਅਧਿਆਤਮਿਕ ਹੋਵੇ, ਮਹਾਂਪੁਰਖਾਂ ਦੇ ਪ੍ਰਵਚਨ ਸੁਣਨ ਦੇ ਨਾਲ ਇਹ ਇੱਛਾਵਾਂ ਜਿਹੜੀਆਂ ਹਨ ਇਹ ਬਹੁਤ ਤਤਕਾਲ ਸ਼ੀਘਰ ਪੂਰੀਆਂ ਹੋ ਜਾਂਦੀਆਂ। ਜਿਵੇਂ ਦੇਖੋ, ਇੱਕ ਵਾਰ ਕੋਈ ਜਿਹੜੇ ਪ੍ਰੇਮੀ ਸੀਗੇ ਉਹ ਦਰਬਾਰ ਸਾਹਿਬ ਦੇ ਜਿੰਨੇ ਵੀ ਹੁਕਮਨਾਮੇ ਆਉਂਦੇ ਸੀ ਉਹਨਾਂ ਦੀ ਜਿਹੜੀ ਹੈ ਨਾ ਕਥਾ ਵਿਚਾਰ ਸੀਗੀ ਉਹ ਸੰਗਤ ਦੇ ਵਿੱਚ ਕਰਦੇ ਹੁੰਦੇ ਸੀ। ਕਿਉਂਕਿ ਜਿੰਨੇ ਵੀ ਹੁਕਮਨਾਮੇ 1 ਸਾਲ ਦੇ ਵਿੱਚ ਆਏ ਆ, ਉਹਨਾਂ ਦੀ ਇੱਕ ਪੋਥੀ ਉਹਨਾਂ ਨੇ ਜਿਹੜੀ ਸੀਗੀ ਕਿਸੇ ਸੱਜਣ ਦੇ ਪਾਸੋਂ ਲਈ ਸੀ, ਅਤੇ ਇਸ ਤਰ੍ਹਾਂ ਉਹ ਉਸੇ ਹੀ ਪੋਥੀ ਤੋਂ ਜਿੰਨੇ ਵੀ ਹੁਕਮਨਾਮੇ ਸੀਗੇ ਉਹਨਾਂ ਦੇ ਤਰਤੀਬਵਾਰ ਸੰਗਤ ਦੇ ਵਿੱਚ ਵਿਆਖਿਆ ਕਰਕੇ ਸੰਗਤ ਨੂੰ ਸੁਣਾਉਂਦੇ ਹੁੰਦੇ ਸੀ। ਇਸ ਤਰ੍ਹਾਂ ਇੱਕ ਸੱਜਣ ਉਹਨਾਂ ਦੇ ਵਿੱਚ ਜਿਹੜੇ ਸੀਗੇ ਇਹ ਵੀ ਰੋਜ਼ ਆਉਂਦੇ ਹੁੰਦੇ ਸੀ, ਲੇਕਿਨ ਜਦ ਉਸ ਪੋਥੀ ਦਾ ਜਿਹੜਾ ਸੀ ਨਾ ਆਖਰੀ ਹੁਕਮਨਾਮਾ ਰਹਿ ਗਿਆ ਅਤੇ ਜਿਹੜੇ ਸੱਜਣ 1 ਸਾਲ ਤੋਂ ਲਗਾਤਾਰ ਜਿਨ੍ਹਾਂ ਨੇ ਕੋਈ ਨਾਗਾ ਨਹੀਂ ਸੀ ਪਾਇਆ, ਉਹਨਾਂ ਦੀ ਜਿਹੜੀ ਸੀਗੀ ਹੈ ਨਾ ਉਸ ਦਿਨ ਕਿਸੇ ਦੂਰ ਦਰਾਡੀ ਜਗ੍ਹਾ 'ਤੇ ਬਦਲੀ ਹੋ ਗਈ। ਜਦ ਬਦਲੀ ਹੋਈ ਤਾਂ ਉਹ ਸੱਜਣ ਜਿਹੜੇ ਸੀ ਨਾ ਬੜੇ ਨਾਰਾਜ਼ ਸੀਗੇ, ਬਹੁਤ ਜ਼ਿਆਦਾ ਪਰੇਸ਼ਾਨ ਸੀਗੇ। ਪਰ ਜਦੋਂ ਮਹਾਤਮਾ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਜਿਹੜੀ ਸੀ ਇਹ ਗੱਲ ਆਖੀ ਆ ਕਿ 1 ਸਾਲ ਹੋ ਗਿਆ ਮੈਨੂੰ ਲਗਾਤਾਰ ਦਰਬਾਰ ਸਾਹਿਬ ਦੇ ਜਿੰਨੇ ਵੀ ਹੁਕਮਨਾਮੇ ਆਉਂਦੇ ਆ ਇਹਨਾਂ ਦੀ ਵਿਆਖਿਆ ਆਪ ਜੀ ਦੇ ਪਾਸੋਂ ਸਰਵਣ ਕਰਦੇ ਆ, ਪਰ ਹੁਣ ਕੱਲ੍ਹ ਇੱਕ ਆਖਰੀ ਹੁਕਮਨਾਮਾ ਰਹਿ ਗਿਆ। ਕਿਉਂਕਿ ਕੱਲ੍ਹ ਜਿਹੜੇ ਨੇ ਜਿੰਨੇ ਵੀ 1 ਸਾਲ ਦੇ ਹੁਕਮਨਾਮੇ ਦਰਬਾਰ ਸਾਹਿਬ ਤੋਂ ਆਏ ਆ, ਉਹਨਾਂ ਦਾ ਕੱਲ੍ਹ ਦਾ ਆਖਰੀ ਦਿਨ ਆ, ਉਹਨਾਂ ਦਾ ਇਹ ਜਿਹੜਾ ਸਮਾਪਤੀ ਦਾ ਟਾਈਮ ਆ ਕੱਲ੍ਹ ਹੈ, ਅਤੇ ਕੱਲ੍ਹ ਜਿਹੜੀ ਆ ਉਹ ਦੇਗ ਵਰਤਾਈ ਜਾਊਗੀ। ਪਰ ਮੈਨੂੰ ਇਸ ਗੱਲ ਦਾ ਅਫਸੋਸ ਰਹੂਗਾ ਕਿ ਮੈਂ ਕੱਲ੍ਹ ਆਪ ਜੀ ਦੀ ਸੰਗਤ ਵਿੱਚ ਹਾਜ਼ਰ ਨਹੀਂ ਹੋ ਸਕਣਾ, ਕਿਉਂਕਿ ਜਿਹੜੀ ਮੇਰੀ ਬਦਲੀ ਆ ਉਹ ਬਹੁਤ ਦੂਰ ਦੀ ਹੋ ਗਈ ਆ, ਅਤੇ ਸਵੇਰੇ ਜਿਹੜਾ ਹੈ ਨਾ ਮੈਨੂੰ ਉਸ ਕਾਰਜ ਬਦਲੀ ਜਿੱਥੇ ਨਵੀਂ ਜਗ੍ਹਾ ਉੱਥੇ ਸ਼ਿਫਟ ਹੋਣਾ ਪੈਣਾ ਹੈ। ਜਦ ਉਹ ਸੱਜਣ ਨੇ ਜਿਹੜੀ ਸੀ ਇਹ ਵਿਚਾਰ ਉਹਨਾਂ ਮਹਾਤਮਾ ਨਾਲ ਸਾਂਝੀ ਕੀਤੀ ਤਾਂ ਫਿਰ ਉਹ ਜਿਹੜੇ ਮਹਾਤਮਾ ਸੀ ਕੁਛ ਟਾਈਮ ਚੁੱਪ ਕਰ ਗਏ, ਪਰ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਹੈ ਨਾ ਫਿਰ ਹੁਕਮਨਾਮਾ ਲਿਆ। ਜਦ ਹੁਕਮਨਾਮਾ ਉਸ ਸੱਜਣ ਦੇ ਪ੍ਰਤੀ ਲਿਆ ਗਿਆ ਅਤੇ ਉਹ ਜਿਹੜਾ ਹੁਕਮਨਾਮਾ ਸੀਗਾ ਉਸ ਦਾ ਪਹਿਲਾ ਅੱਖਰ ਇਹੋ ਹੀ ਸ਼ਬਦ ਦਾ ਆਇਆ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾ। ਅਤੇ ਜਦੋਂ ਇਹ ਹੁਕਮਨਾਮਾ ਆਇਆ ਅਤੇ ਉਹ ਸੱਜਣ ਨੂੰ ਜਦੋਂ ਇਸੇ ਹੀ ਹੁਕਮਨਾਮੇ ਦੀ ਵਿਆਖਿਆ ਜਿਹੜੀ ਸੀ ਉਹ ਕਰਕੇ ਉਹਨਾਂ ਮਹਾਤਮਾ ਨੇ ਸੁਣਾਈ, ਅਤੇ ਉਹਦੇ ਵਿੱਚ ਇਹ ਦੱਸਿਆ ਹੈਗਾ ਕਿ ਸੰਤਾਂ ਦੇ ਕਾਰਜ ਕਰਾਉਣ ਵਾਸਤੇ ਪਰਮੇਸ਼ਰ ਆਪ ਹਾਜ਼ਰੀ ਭਰਦਾ ਹੈਗਾ।
ਜਦ ਇਹ ਵਿਆਖਿਆ ਚੱਲ ਹੀ ਰਹੀ ਸੀ ਤਾਂ ਉਸ ਟਾਈਮ ਰਾਤ ਦੇ 11 ਵਜੇ ਦਾ ਟਾਈਮ ਸੀ। ਅਚਨਚੇਤ ਉਸ ਸੱਜਣ ਦਾ ਜਿਹੜਾ ਮੋਬਾਈਲ ਦਾ ਫੋਨ ਸੀਗਾ ਰਾਤ ਨੂੰ 11 ਵਜੇ ਵੱਜਿਆ, ਪਰ ਜਿਉਂ ਹੀ ਉਹਨੇ ਫੋਨ ਜਿਹੜਾ ਅਟੈਂਡ ਕੀਤਾ ਤਾਂ ਉਹਦੇ ਵਿੱਚ ਉਹਦੇ ਅਫਸਰ ਜਿਹੜੇ ਇਹ ਕਹਿ ਰਹੇ ਸੀ ਕਿ ਆਪ ਦੀ ਜਿਹੜੀ ਬਦਲੀ ਹੈਗੀ ਆ ਉਹ ਰੋਕ ਦਿੱਤੀ ਗਈ ਆ, ਬਾਕੀ ਤੇਰੇ ਨਾਲ ਦੇ ਸਾਰੇ ਸੱਜਣ ਜਿਹੜੇ ਆ ਉਹ ਨਵੀਂ ਜਗ੍ਹਾ ਡਿਊਟੀ 'ਤੇ ਜਾਣਗੇ, ਪਰ ਤੁਸੀਂ ਫਿਲਹਾਲ ਜਿਹੜਾ ਹੈ ਨਾ ਇੱਥੇ ਹੀ ਡਿਊਟੀ ਕਰੋਗੇ। ਦੇਖੋ ਰਾਤ ਦਾ 11 ਵਜੇ ਦਾ ਅਫਸਰਾਂ ਦਾ ਕੀਤਾ ਫੈਸਲਾ ਇਹ ਕਿਵੇਂ ਬਦਲ ਗਿਆ, ਬੜੀ ਹੈਰਾਨੀ ਦੀ ਗੱਲ ਹੈ। ਉਹ ਵੀ ਸੱਜਣ ਇੰਨੇ ਪ੍ਰਸੰਨ ਹੋਏ ਆ ਕਿ ਦੂਸਰੇ ਦਿਨ, ਪਰ ਜਦ ਦਿਨ ਚੜ੍ਹਿਆ ਸੀ ਤਾਂ ਵਾਕਿਆ ਜਿੰਨੇ ਵੀ ਉਹਨਾਂ ਦੇ ਨਾਲ ਦੇ ਸੱਜਣ ਮਿੱਤਰ ਉਹਨਾਂ ਨਾਲ ਕੰਮ ਕਰਦੇ ਸੀ ਉਹ ਸਾਰਿਆਂ ਦੀ ਜਿਹੜੀ ਬਦਲੀ ਸੀ ਦੂਰ ਦਰਾਡੇ ਦੀ ਇੱਕੋ ਹੀ ਜਗ੍ਹਾ ਹੋਈ ਸੀ, ਪਰ ਉਹ ਸੱਜਣ ਕਿਵੇਂ ਜਿਹੜੇ ਉਸੇ ਹੀ ਜਗ੍ਹਾ 'ਤੇ ਰਹਿ ਗਏ, ਉਸੇ ਹੀ ਪੁਰਾਣੀ ਜਗ੍ਹਾ 'ਤੇ। ਬੜੀ ਅਚਰਜਤਾ ਦੀ ਗੱਲ ਸੀ। ਫਿਰ ਉਸ ਦਿਨ ਸੱਜਣ ਜਦ ਆਖਰੀ ਹੁਕਮਨਾਮਾ ਦੀ ਵਿਚਾਰ ਹੋਣੀ ਸੀ, ਦੂਸਰੇ ਦਿਨ ਬਹੁਤ ਪ੍ਰਸੰਨ ਚਿੱਤ ਮੁਦਰਾ 'ਚ ਉੱਥੇ ਆਏ ਆ ਅਤੇ ਕਾਫੀ ਫਰੂਟ ਅਤੇ ਹੋਰ ਪ੍ਰਸ਼ਾਦ ਲੈ ਕੇ ਉਹ ਵਾਹਿਗੁਰੂ ਦੇ ਸ਼ੁਕਰੀਆ ਭੇਟਾ ਦੇ ਵਿੱਚ ਆ ਕੇ ਉਹਨਾਂ ਨੇ ਫਿਰ ਆਖਰੀ ਜਿਹੜਾ ਹੁਕਮਨਾਮਾ ਸੀਗਾ ਉਸ ਦੀ ਫਿਰ ਹਾਜ਼ਰੀ ਭਰੀ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇੱਛਾ ਦੀ ਪੂਰਤੀ ਜਿਹੜੀ ਹੈ ਨਾ ਪਰਮੇਸ਼ਰ ਆਪ ਕਰਦਾ ਹੈਗਾ। ਇਸ ਤਰ੍ਹਾਂ ਜਿਹੜੇ ਵੀ ਗੁਰਮੁਖ ਜਿਹੜੇ ਹਨ ਸਤਸੰਗ ਮਹਾਂਪੁਰਖਾਂ ਦੇ ਵਿਚਾਰ ਸੁਣਦੇ ਹੈਗੇ ਆ, ਉਹਨਾਂ ਦੀਆਂ ਇੱਕ ਨਹੀਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਕਿਉਂਕਿ ਜਦ ਸਤਸੰਗ ਦਾ ਆਨੰਦ ਵੱਜਦਾ ਹੈਗਾ ਅਤੇ ਗੁਰਬਾਣੀ ਵੀ ਆਖਦੀ ਹੈ ਇਹ ਆਨੰਦ ਜਿਹੜਾ ਹੈ ਨਾ ਉਸ ਗੁਰਸਿੱਖ ਨੂੰ ਸਿਖਰ 'ਤੇ ਪਹੁੰਚਾ ਦਿੰਦਾ। ਜਦ ਆਨੰਦ ਜਿਹੜਾ ਸਿਖਰ 'ਤੇ ਪਹੁੰਚਾ ਦਿੰਦਾ ਉਸ ਆਨੰਦ ਦੇ ਘਰ ਦੇ ਵਿੱਚ ਲੈ ਜਾਂਦਾ, ਜਿਸ ਘਰ ਦੇ ਵਿੱਚੋਂ ਇਹ ਆਵਾਜ਼ ਆਉਂਦੀ ਆ ਕਿ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਕਿ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਸਾਰੇ ਮਨੋਰਥ ਜਿਹੜੇ ਆ ਉਹ ਛਿਣ ਦੇ ਵਿੱਚ ਪੂਰੇ ਹੋ ਜਾਂਦੇ ਆ। ਸੋ ਦਾਸ ਇੰਨੇ ਹੀ ਵਚਨ ਕਰਦਾ ਹੋਇਆ ਖੇਮਾ ਦਾ ਜਾਚਕ ਵਾਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।